नंबर से बोल रहे हो? कहाँ से बात कर रहे हो? हॉस्पिटल में हूँ, जरा जल्दी से 50-60 हजार रुपए इस नंबर पर भेज दो। हेलो पापा, पूरी इमरजेंसी हो गई है। मेरी कार खराब हो गई है, मेरा फोन नेटवर्क भी काम नहीं कर रहा है। प्लीज जल्दी से 50,000 रुपए इस नंबर पर भेज दो। एआई जिस तेजी से काम करेगा, लाखों लोग ट्रैप किए जा सकते हैं एक साथ। मेरा फोन काम नहीं कर रहा है, क्लाइंट को मुझे अर्जेंट पेमेंट करनी है, अशोक नहीं है, तुम ही जल्दी से 2 लाख रुपए इस नंबर पे भेज दो। छोटी सी ट्रिक बताने, यदि आपको किसी के नंबर से कॉल आ गया उसको कॉल बैक करें, और यदि वो कॉल नहीं उठ रहा है तो समझ जाए कुछ गड़बड़। नमस्कार, ਇਹ ਸਾਈਬਰ ਅਪਰਾਧ ਦੇ ਖਿਲਾਫ ਡੀਡੀ ਨਿਊਜ਼ ਦਾ ਹੱਲਾ ਬੋਲ ਤੁਹਾਡੇ ਨਾਲ ਮੈਂ ਹਾਂ ਮਮਤਾ ਚੋਪੜਾ। ਸਾਈਬਰ ਅਪਰਾਧ ਦੇ ਖਿਲਾਫ ਇੱਕ ਹੀ ਹੈ ਸਭ ਤੋਂ ਕਾਰਗਰ ਹਥਿਆਰ, ਤੁਹਾਡੀ ਜਾਗਰੂਕਤਾ। ਇਸ ਲਈ ਡੀਡੀ ਨਿਊਜ਼ ਲੈ ਕੇ ਆਉਂਦਾ ਹੈ ਤੁਹਾਡੇ ਲਈ ਹਰ ਹਫਤੇ ਪ੍ਰੋਗਰਾਮ ਕਿ ਜੇ ਰਹਿਣਾ ਚਾਹੁੰਦੇ ਹੋ ਸੇਫ ਤਾਂ ਰਹਿਣਾ ਹੋਵੇਗਾ ਸਾਈਬਰ ਅਲਰਟ। हेलो। हेलो मामा। हाँ बेटा, कहाँ से बोल रहे हो? मामा मेरी कार खराब हो गई है, मेरा फोन नेटवर्क भी काम नहीं कर रहा है। ये किस नंबर से बोल रहे हो? कहाँ से बात कर रहे हो? मामा प्लीज जल्दी से 50,000 रुपए इस नंबर पर भेज दो। अरे बेटा, कहाँ हो तुम ठीक हो ना? मामा मैं बिल्कुल ठीक हूँ, मैं वर्कशॉप में हूँ, बस जल्दी से 50,000 रुपए इस नंबर पर भेज दो। 50,000? अच्छा हाँ, ठीक है बेटा, भेजती हूँ। हेलो। हेलो पापा। हाँ रिंकू। पापा पूरी इमरजेंसी हो गई है। अरे क्या हुआ? घर आके बताता हूँ पापा, पहले 40,000 रुपए भेज दो, इमरजेंसी है। अरे पर हुआ क्या? तू ठीक तो है ना? घर आके बताता हूँ, पहले 40,000 रुपए जल्दी भेज दीजिए, इमरजेंसी है। अरे रुको भेजता हूँ। ਇਸ ਤਰ੍ਹਾਂ ਦੇ ਫੋਨ ਕਾਲ ਸੁਣ ਕੇ ਕਿਸੇ ਦਾ ਵੀ ਦਿਲ ਬੈਠ ਸਕਦਾ ਹੈ। ਉਸ ਵੇਲੇ ਮਦਦ ਕਰਨ ਲਈ ਉੱਠੋਗੇ ਤੁਸੀਂ, ਫੌਰਨ ਕੁਝ ਕਰਨ ਲਈ ਉਤਾਵਲੇ ਵੀ ਹੋਵੋਗੇ ਤਾਂ ਜੋ ਤੁਹਾਡੇ ਰਿਸ਼ਤੇਦਾਰ ਦੀ ਮੁਸ਼ਕਿਲ ਆਸਾਨ ਹੋ ਜਾਵੇ। ਇਹ ਕਾਲ ਜੇਕਰ ਤੁਹਾਡੇ ਕਰੀਬੀ ਲੋਕਾਂ ਵੱਲੋਂ ਹੀ ਕੀਤੀ ਗਈ ਹੈ ਤਾਂ ਤੁਹਾਡੀ ਸਮੱਸਿਆ ਸਮਝ ਆਉਂਦੀ ਹੈ, ਪਰ ਜੇਕਰ ਇਹ ਕਾਲਸ ਫਰਾਡਰ ਵੱਲੋਂ ਕੀਤੇ ਜਾ ਰਹੇ ਨੇ ਤਾਂ ਫਿਰ ਤੁਹਾਡੇ ਰਿਸ਼ਤੇਦਾਰਾਂ ਦੀ ਆਵਾਜ਼ ਦੀ ਹੂਬਹੂ ਨਕਲ ਕਰਦੇ ਹੋਏ ਨਹੀਂ, ਨਕਲ ਨਹੀਂ ਕਲੋਨਿੰਗ ਕਰਕੇ। ਇਸ ਨੂੰ ਕਹਿੰਦੇ ਨੇ ਵੌਇਸ ਕਲੋਨਿੰਗ, ਜਿਸ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਇਸ ਤਰ੍ਹਾਂ ਦੀਆਂ ਵੌਇਸ ਕਲੋਨਿੰਗ ਲਈ ਧੋਖੇਬਾਜ਼ਾਂ ਨੂੰ ਸਿਰਫ ਇੱਕ ਛੋਟੇ ਜਿਹੇ ਆਡੀਓ ਸੈਂਪਲ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਕਿਸੇ ਵੀ ਵੀਡੀਓ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਮੱਸਿਆ ਇਹ ਹੈ ਕਿ ਰੀਅਲ ਅਤੇ ਕਲੋਨ ਆਵਾਜ਼ ਦੇ ਵਿੱਚ ਅਕਸਰ ਕੋਈ ਸਪਸ਼ਟ ਅੰਤਰ ਹੁੰਦਾ ਹੀ ਨਹੀਂ, ਪਰ ਪੈਟਰਨ ਸਪਸ਼ਟ ਹੁੰਦਾ ਹੈ। ਯਾਨੀ ਉਸੇ ਵੇਲੇ ਐਕਸ਼ਨ ਲੈਣ ਦੀ ਗੱਲ ਕੀਤੀ ਜਾਂਦੀ ਹੈ। ਅਜਿਹੀ ਫੋਨ ਕਾਲਸ ਕੀਤੀਆਂ ਜਾਂਦੀਆਂ ਨੇ ਜਿਸ 'ਚ ਆਵਾਜ਼ ਕਿਸੇ ਮੁਸ਼ਕਿਲ 'ਚ ਫਸੇ ਹੋਏ ਤੁਹਾਡੇ ਘਰਦਿਆਂ, ਰਿਸ਼ਤੇਦਾਰ ਦੀ ਜਾਂ ਫਿਰ ਦੋਸਤ ਦੀ ਹੀ ਲੱਗਦੀ। ਪੈਸੇ ਦੀ ਜ਼ਰੂਰਤ ਦੱਸੀ ਜਾਂਦੀ ਹੈ, ਉਸੇ ਵੇਲੇ ਜਲਦੀ ਭੇਜਣ ਲਈ ਕਿਹਾ ਜਾਂਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਵਾਜ਼ ਤੇ ਲਹਿਜ਼ਾ ਦੋਵੇਂ ਬਿਲਕੁਲ ਅਸਲੀ ਲੱਗਦੇ ਨੇ। ਇੱਥੋਂ ਤੱਕ ਕਿ ਖੁਦ ਵਿਅਕਤੀ ਜਿਸ ਦੀ ਆਵਾਜ਼ ਦੀ ਨਕਲ ਕੀਤੀ ਜਾਂਦੀ ਹੈ ਉਹ ਵੀ ਵਿਸ਼ਵਾਸ ਨਹੀਂ ਕਰ ਪਾਉਂਦਾ ਕਿ ਇਹ ਆਵਾਜ਼ ਨਕਲੀ ਹੈ। ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਫਰਜ਼ੀ ਕਾਲਸ ਨੂੰ ਅਸਲੀ ਦਿਖਾਉਣ ਲਈ ਧੋਖੇਬਾਜ਼ ਤੁਹਾਡੇ ਇੰਪੋਰਟੈਂਟ ਡਿਟੇਲਸ, ਰੈਲੇਵੈਂਟ ਇਨਫੋਰਮੇਸ਼ਨ ਵੀ ਇਕੱਠਾ ਕਰਦੇ ਨੇ ਤਾਂ ਜੋ ਤੁਹਾਨੂੰ ਸ਼ੱਕ ਹੀ ਨਾ ਹੋਵੇ। ਕਾਲ ਅਣਪਛਾਤੇ ਨੰਬਰ ਤੋਂ ਵੀ ਹੋ ਸਕਦੀ ਹੈ ਜਾਂ ਫਿਰ ਤੁਹਾਡੇ ਰਿਸ਼ਤੇਦਾਰ ਦਾ ਨੰਬਰ ਹੀ ਕਲੋਨ ਕਰਕੇ ਉਹਨਾਂ ਦੇ ਨੰਬਰ ਤੋਂ ਵੀ ਕਾਲ ਕੀਤੀ ਜਾ ਸਕਦੀ ਹੈ। ਹੁਣ ਜ਼ਰਾ ਇਹਨਾਂ ਕਾਲਸ ਨੂੰ ਸੁਣੋ। हेलो दीदी। अरे मिंटी, कहाँ से बोल रही हो? दीदी हॉस्पिटल में हूँ, जरा जल्दी से 50-60 हजार रुपए इस नंबर पर भेज दो। हॉस्पिटल में क्या कर रही हो? चाची मिलने आई थी ना, तो उनकी तबीयत खराब हो गई, हॉस्पिटल लेकर आई हूँ, कुछ टेस्ट करवाने हैं, जल्दी से 50-60 हजार रुपए इस नंबर पर भेज दो। चाची?
दीदी जल्दी से 50-60 हजार रुपए इस नंबर पर भेज दो, फोन रखती हूँ। अच्छा भेजती हूँ। हेलो। हेलो दिलीप, उदित बोल रहा हूँ। जी सर। ध्यान से सुनो मेरी बात, मेरा फोन काम नहीं कर रहा है। क्लाइंट को मुझे अर्जेंट पेमेंट करनी है, अशोक नहीं है। तुम ही जल्दी से 2 लाख रुपए इस नंबर पे भेज दो। सर 2 लाख रुपए? हाँ 2 लाख रुपए, जल्दी करो, कल ही पेमेंट करा दूंगा मैं तुम्हें। जी सर अभी करता हूँ। जरा जल्दी करो यार, अकाउंटेंट का भी फोन नहीं लग रहा है। सर अभी कर देता हूँ। ਫਿਰ ਧਿਆਨ ਦਿੱਤਾ ਤੁਸੀਂ ਕਿਸ ਤਰ੍ਹਾਂ ਦੀਆਂ ਫੋਨ ਕਾਲਸ ਵਿੱਚ ਇਹਨਾਂ ਅਪਰਾਧੀਆਂ ਕੋਲ ਤੁਹਾਡੀ ਜਾਣਕਾਰੀ ਪਹਿਲਾਂ ਤੋਂ ਹੀ ਹੁੰਦੀ ਹੈ, ਯਾਨੀ ਤੁਹਾਡੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਵਾਇਸ ਕਲੋਨਿੰਗ ਕਰਕੇ ਆਡੀਓ ਰਿਕਾਰਡਿੰਗ ਤੁਹਾਨੂੰ ਸੁਣਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਕਾਲ ਤੁਹਾਡੇ ਜਾਣਕਾਰ ਦੀ ਹੈ। ਪਰ ਇਹਨਾਂ ਧੋਖੇਬਾਜ਼ਾਂ ਦੀਆਂ ਇਹਨਾਂ ਫੇਕ ਕਾਲਸ ਤੋਂ ਬਚਣ ਦਾ ਵੀ ਤਰੀਕਾ ਹੈ। ਕਿਵੇਂ? ਰੁਕੋ, ਸੋਚੋ ਤੇ ਫਿਰ ਐਕਸ਼ਨ ਲਵੋ। ਅਜੇ ਕਾਲਸ ਤੇ ਕੀ ਐਕਸ਼ਨ ਲੈਣਾ ਚਾਹੀਦਾ ਹੈ? ਪੈਸੇ ਭੇਜਣ ਤੋਂ ਪਹਿਲਾਂ ਵਾਪਸ ਆਪਣੇ ਰਿਸ਼ਤੇਦਾਰ ਨੂੰ ਜਿਸ ਨੇ ਮਦਦ ਮੰਗੀ ਹੈ ਉਹਨਾਂ ਨੂੰ ਕਾਲ ਕਰੋ, ਫਿਰ ਕਾਲ ਦਾ ਸੱਚ ਸਾਹਮਣੇ ਆ ਜਾਵੇਗਾ, ਕਿਉਂਕਿ ਧੋਖੇਬਾਜ਼ ਤੁਹਾਡੇ ਰਿਸ਼ਤੇਦਾਰਾਂ ਦੇ ਕਲੋਨ ਨੰਬਰ ਤੋਂ ਹੀ ਫੇਕ ਕਾਲ ਕਰ ਸਕਦੇ ਨੇ। ਪਰ ਜਦੋਂ ਤੁਸੀਂ ਕਾਲ ਕਰੋਗੇ ਤਾਂ ਇਹ ਕਾਲ ਰਿਸੀਵ ਨਹੀਂ ਕਰ ਸਕਦੇ। हेलो पापा। हेलो दीदी, जल्दी से 50-60 हजार रुपए भेज दो। 50 हजार रुपए इस नंबर पर भेज दो। हेलो दीदी, हॉस्पिटल में हूँ, जरा जल्दी से 50-60 हजार रुपए इस नंबर पर भेज दो। हेलो पापा, मुझे इमरजेंसी हो गई है, 40 हजार रुपए जल्दी भेज दीजिए। हेलो पापा, मेरी कार खराब हो गई है, मेरा फोन नेटवर्क भी काम नहीं कर रहा है, प्लीज जल्दी से 50 हजार रुपए इस नंबर पर भेज दो। आपको एक कॉल आ जाता है और आपके ही किसी परिचित के नंबर से और उसी की आवाज़ में, और वो किसी मुसीबत में, तो आप डेफिनेटली हेल्प करने के लिए राजी हो जाएं, क्योंकि कॉल स्पूफिंग हो जाती है। किसी के नंबर से किसी को भी कॉल जाया जा सकता है। एक भाई साहब हैं अभी तिहाड़ जेल में बंद है, वो गृह मंत्री जी के नंबर से कॉल करते थे। तो ये सारी चीज़ें पब्लिक को जब तक पता ही नहीं होंगी कि ऐसा हो सकता है, आवाज़ क्लोन हो जाती है। सबको पता है कि हज़ारों ऐसे प्रोमिनेंट पॉलिटिशियंस के नाम के वीडियोज़ चल रहे हैं जो उन्हीं की आवाज़ में कुछ भी कहलवाया जा रहा है, गाने गवा दिए जाते हैं। ये जानकारी हर एक व्यक्ति को होना बहुत ज़रूरी है, ताकि वो तुरंत ट्रस्ट ना करके डरे ना, पैसे वैसे के मामले में तुरंत एक्शन ना ले, थोड़ा सोचे, कॉल बैक करे। आपके नंबर से किसी को कॉल तो जा सकता है, वो कॉल रिसीव नहीं कर सकता। यदि मैं तुरंत कॉल बैक करूंगा तो वो कॉल आप ही को आएगा, पर उस समय आप इतना डर चुके होते हो कि आप कॉल बैक भी नहीं करते, आप पूरी तरह भरोसा कर लेते हो कि नहीं आप ही ने किया है। तो एक छोटी सी ट्रिक बतानी है कि यदि आपको किसी के नंबर से कॉल आ जाए, उसको कॉल बैक करें, और यदि वो कॉल नहीं उठ रहा है तो समझ जाए कुछ गड़बड़ है, क्योंकि जो व्यक्ति कॉल करके पैसे मांग सकता है वो कॉल रिसीव भी तो कर सकता है। तो इसका मतलब है क्रिमिनल ये भी फ़ायदा उठाते हैं कि आप फ्लाइट में हैं या आप मीटिंग में हैं, आपका कॉल बिजी है, उस समय वो आपके परिचित को कॉल करके पैसे मांगेंगे, ताकि जब आप कॉल बैक करें तो उनसे बात होगी। तो ये जो सिचुएशंस और ये बदलती रहती हैं। ਵੈਸੇ ਵੀ ਜਦੋਂ ਇਸ ਤਰ੍ਹਾਂ ਦੀ ਫੇਕ ਕਾਲਸ ਆਉਣ ਤਾਂ ਕਾਮਨ ਸੈਂਸ ਬਹੁਤ ਕੰਮ ਆਉਂਦੀ ਹੈ। ਮਦੁਰਈ ਦੇ ਇੱਕ ਰਿਟਾਇਰਡ ਬੈਂਕਰ ਨੂੰ ਵੀ ਅਜਿਹੀ ਹੀ ਰੈਂਸਮ ਕਾਲ ਆਈ। हेलो। यस हेलो, हु इज दैट? तुम्हारा बेटा घर आ गया? हाँ, मेरे बेटा अभी तक नहीं आया घर। कौन बोल रहा है? मैं जो भी बोल रहा हूँ वो छोड़ो, जल्दी से 5,000 रुपए तैयार रखो और मेरे कहे गए नंबर पर भेजो। अरे आप कौन है? मैं क्यों पैसा भेजना है? अरे 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 मेरे बेटा को कुछ नहीं करना। कौन है तुम? हेलो। मैं जो भी हूँ वो छोड़ो और मेरी बात गौर से अरे, सुनो। अरे, अरे। अगर तुमने मेरे दिए गए नंबर पर जल्दी से जल्दी 5,000 रुपए नहीं भेजे अरे, तो तुम अंजाम भुगतने के लिए तैयार अरे अरे रहना। बच्चा को कुछ नहीं करना है, तुम कुछ पैसा दे दूंगा मैं। कहाँ भेजना है? हेलो हेलो। ਹੁਣ ਇਸ ਕਾਲ ਨੂੰ ਸੁਣ ਕੇ ਉਹਨਾਂ ਨੂੰ ਚਿੰਤਾ ਤਾਂ ਹੋਈ, ਪਰ ਮੰਗੇ ਗਏ ਸੀ ਸਿਰਫ 5,000 ਰੁਪਏ। ਤਾਂ ਉਹਨਾਂ ਨੂੰ ਸ਼ੱਕ ਹੋਇਆ ਸਿਰਫ 5,000 ਰੁਪਏ ਦੀ ਰੈਂਸਮ ਮਨੀ। ਬੇਟੇ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਕਾਲ ਫੇਕ ਸੀ। ਬੇਟਾ ਤਾਂ ਠੀਕ ਸੀ। ਸਕੈਮਰਸ ਅਕਸਰ ਆਮ ਲੋਕਾਂ ਨੂੰ ਫਸਾਉਣ ਦੇ ਲਈ ਇਸੇ ਤਰ੍ਹਾਂ ਦੀ AI ਵਾਇਸ ਕਲੋਨਿੰਗ ਦਾ ਇਸਤੇਮਾਲ ਕਰਦੇ ਨੇ, ਪਰ ਵੱਡੇ ਕਾਰੋਬਾਰੀ ਦਿੱਗਜ ਵੀ ਇਹਨਾਂ ਧੋਖੇਬਾਜ਼ਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ।
ਫਰਾਡਰਸ ਨੇ ਟੈਲੀਕਾਮ ਪ੍ਰਮੁੱਖ ਸੁਨੀਲ ਮਿੱਤਲ ਦੀ ਆਵਾਜ਼ ਦੀ ਕਲੋਨਿੰਗ ਕੀਤੀ ਤੇ ਫਿਰ ਦੁਬਈ 'ਚ ਉਹਨਾਂ ਦੇ ਅਧਿਕਾਰੀ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਘੁਟਾਲਾ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਸ ਅਧਿਕਾਰੀ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਸੋਚਿਆ ਕਿ ਇੰਨੀ ਵੱਡੀ ਰਾਸ਼ੀ ਭਲਾ ਕਿਉਂ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਨੇ ਉਹਨਾਂ ਨੇ ਕਾਲ ਬੈਕ ਕੀਤੀ ਤਾਂ ਪਤਾ ਲੱਗਿਆ ਕਿ ਸੱਚਾਈ ਕੀ ਸੀ ਅਤੇ ਸਕੈਮ ਫੇਲ ਹੋ ਗਿਆ। ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸਕੈਮਰਸ ਦੇ ਜਾਲ ਵਿੱਚ ਫਸ ਵੀ ਜਾਂਦੇ ਨੇ ਤੇ ਹਰ ਰੋਜ਼ ਹਜ਼ਾਰਾਂ ਕਾਲਾਂ ਕੀਤੀਆਂ ਜਾਂਦੀਆਂ ਨੇ ਇਹ ਸੋਚ ਕੇ ਕੋਈ ਤਾਂ ਫਸੇਗਾ। हाँ, मुझे भी कॉल आया था। मैंने पूछा कौन हो आप, तो बोला आपके बेटे का एक्सीडेंट हो गया है। मैंने कहा मेरे बेटे का एक्सीडेंट? अरे भाई वो तो अभी घर के सामने ही खेल रहा है, रख फोन। मेरे को फैक्ट कॉल आई कि आपका बेटा थाने में है। मैं कह रहा कौन से थाने में भैया? मैंने कौन बोल रहा है? कह रहा मैं फला फला थाने से बोल रहा हूँ, आपका बेटा थाने में है, उसने कुछ गलत काम किया है। मैंने कहा भैया कौन बोल रहा है? तो सही पता ही नहीं है। मैंने कहा मेरा तो बेटा ही नहीं है। तो उसे झट से फ़ोन काट दिया और फिर मैंने फ़ोन मिलाया तो नॉट रिचेबल जा रहा था। मेरे पास एक कॉल आई थी व्हाट्सएप पे जिसमें पुलिस की डीपी लगी हुई थी और जिसकी डीपी थी 3 स्टार उसको लगे हुए थे। और सबसे पहले उसने मुझसे सवाल पूछा कि आप कहाँ से बोल रहे हैं। मैंने कहा मैं गाज़ियाबाद से बोल रहा हूँ। तो उसने कहा कि गाज़ियाबाद से बोल रहे हैं, हमने आपके बेटे को उठाया है, कोई लड़कियों का मामला है जिसके चलते हमने उसको गिरफ़्तार किया है और जल्द से जल्द आप थाने या संपर्क करें। तो मैंने उसको बोला अच्छा आपने मेरे बेटे को गिरफ़्तार किया? उसने कहा हाँ। तो मैंने कहा ठीक है, आप उसको जो सजा है वो दिलवा दे। तो हैरान रह गया, मैंने ऐसे क्यों बोला? तो मैंने कहा भाई मेरी शादी नहीं हुई है, तूने मेरे बेटे को उठा लिया, तू तो भगवान से आगे चल रहा है। तो देखा आपने। ਫਿਰ ਦੇਖਿਆ ਤੁਸੀਂ, ਤੁਹਾਨੂੰ ਵੀ ਜੇਕਰ ਕੋਈ ਅਜਿਹੀ ਕਾਲ ਆਉਂਦੀ ਹੈ ਤੇ ਉਸ ਨੂੰ ਕਾਲ ਨੂੰ ਕੱਟ ਕੇ ਆਪਣੇ ਦੋਸਤ ਜਾਂ ਰਿਸ਼ਤੇਦਾਰ ਨੂੰ ਤੁਸੀਂ ਵਾਪਸ ਕਾਲ ਕਰੋ। ਫੋਨ ਅਨਰੀਚੇਬਲ ਹੈ ਤੇ ਉਹਨਾਂ ਦੇ ਨਾਲ ਦੇ ਲੋਕਾਂ ਨੂੰ ਫੋਨ ਕਰੋ, ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ, ਯਾਨੀ ਬਲਾਈਂਡਲੀ ਟਰਸਟ ਨਾ ਕਰੋ ਤੁਹਾਨੂੰ ਜੋ ਵੀ ਕਾਲ ਤੇ ਕਿਹਾ ਜਾਵੇ। ਇੱਥੇ ਮਹੱਤਵਪੂਰਨ ਉਹੀ ਗੱਲ, ਉਹੀ ਫਾਰਮੂਲਾ ਜਿਸ ਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਹੈ, ਯਾਨੀ ਰੁਕੋ, ਸੋਚੋ, ਫਿਰ ਐਕਸ਼ਨ ਲਓ। ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪੈਦਾ ਇਸ ਤਰ੍ਹਾਂ ਦੀ ਡੀਪ ਫੇਕ ਦੀ ਸਮੱਸਿਆ ਤੋਂ ਅਸੀਂ ਸਾਰੇ ਜਾਣੂ ਹੋ ਰਹੇ ਹਾਂ, ਪਰ ਇਹ ਕਿਸ ਹੱਦ ਤੱਕ ਗੰਭੀਰ ਹੋ ਸਕਦੀ ਹੈ ਇਸ ਦਾ ਇੱਕ ਉਦਾਹਰਣ ਹਾਂਗਕਾਂਗ 'ਚ ਸਾਹਮਣੇ ਆਇਆ। ਜਦੋਂ ਇੱਕ ਕੰਪਨੀ ਦੇ ਫਾਈਨਾਂਸ ਵਰਕਰ ਨੂੰ ਯੂਕੇ ਤੋਂ ਚੀਫ ਫਾਈਨੈਂਸ਼ੀਅਲ ਅਫਸਰ ਦਾ ਈਮੇਲ ਆਇਆ ਜਿਸ ਵਿੱਚ ਇੱਕ ਸੀਕ੍ਰੇਟ ਟ੍ਰਾਂਜੈਕਸ਼ਨ ਦੀ ਗੱਲ ਕੀਤੀ ਗਈ ਸੀ। ਉਸ ਨੂੰ ਇਹ ਮੇਲ ਇੱਕ ਫੇਕ ਯਾਨੀ ਫਿਸ਼ਿੰਗ ਈਮੇਲ ਹੀ ਲੱਗੀ, ਪਰ ਫਿਰ ਉਸ ਨੂੰ ਇੱਕ ਵੀਡੀਓ ਕਾਨਫਰੰਸ ਕਾਲ ਉੱਪਰ ਜੋੜਿਆ ਗਿਆ ਜਿੱਥੇ ਕੰਪਨੀ ਦੇ ਕਈ ਹੋਰ ਲੋਕ ਵੀ ਜੁੜੇ ਹੋਏ ਸੀ ਜਿਨ੍ਹਾਂ ਨੂੰ ਉਹ ਜਾਣਦਾ ਵੀ ਹੈ। ਇਹ ਸੋਚ ਕੇ ਸਭ ਰੀਅਲ ਹੀ ਹੈ ਤਾਂ ਉਸ ਨੇ $25.6 ਮਿਲੀਅਨ ਟ੍ਰਾਂਸਫਰ ਕਰ ਦਿੱਤੇ। ਪਰ ਬਾਅਦ ਵਿੱਚ ਪਤਾ ਲੱਗਾ ਕਿ ਚੀਫ ਫਾਈਨੈਂਸ਼ੀਅਲ ਅਫਸਰ ਸਮੇਤ ਸਾਰੇ ਲੋਕਾਂ ਦੀਆਂ ਵੀਡੀਓਜ਼ ਜਿਹੜੀਆਂ ਉਸ ਵੀਡੀਓ ਕਾਨਫਰੰਸ ਕਾਲ ਵਿੱਚ ਦਿਖਾਈ ਦੇ ਰਹੀਆਂ ਸਨ ਉਹ ਡੀਪ ਫੇਕ ਵੀਡੀਓ ਸਨ। ਅਸਲ ਵਿੱਚ ਇਸ ਵੀਡੀਓ ਕਾਲ ਵਿੱਚ कोई भी है ही नहीं। एआई जिस तेजी से काम करेगा पूरी दुनिया बनाई जा सकती है। एग्जाम्पल दूं कि आपको चलो आपके किसी परिचित के नंबर से कॉल आ गया, उसी की आवाज़ में आ गया और क्राइम हो गया। अब ये होगा कि पहले परिचित के नंबर से कॉल आएगा कि फलाने ने आपका नंबर दिया था और मैं आपको बोल रहा हूँ जरा उससे बात कर लेना, उसको ही काम है। फिर उसकी आवाज़ में उसका कॉल आएगा, फिर वो किसी और को बोलेगा और पूरा एक दुनिया बनाई जाएगी। सो ट्रस्ट बिल्ड होगा, वो इसलिए हो चुका होगा क्योंकि आपने बाकी सारे लोगों के संग ऐसा कुछ नोटिस ही नहीं किया कुछ अनयूजुअल, पर वो सिर्फ इसलिए थे कि आपको लास्ट बंदे पर पूरी तरह ट्रस्ट हो गया। और ये एआई बड़े आराम से कर सकता है और एक ही दिन के अंदर हो जाएगा। तो जैसे अभी भी जो डिजिटल अरेस्ट के केस में पहले एक ट्राई से कॉल आता है कि आपका सिम मिसयूज़ हुआ, आपको अभी क्राइम ब्रांच से कॉल आया, वो कॉल कनेक्ट करता है, क्राइम ब्रांच से कॉल आता है, फिर क्राइम ब्रांच वाला सीबीआई से कनेक्ट करता है, फिर सीबीआई वाला नारकोटिक कंट्रोल ब्यूरो से करता है। आप कैसे डिस्ट्रस्ट करोगे क्योंकि आप एक बंदे से बात ही नहीं कर रहे थे और हर बार एक नई आइडेंटिटीज थी। और ये बड़े आराम से बनाया जा सकता है अगेंस्ट यू विद योर क्लोज वंस वॉइस थ्रू एआई। सारा ऑटोमेटेड हो सकता है और लाखों लोग ट्रैप किए जा सकते हैं एक साथ। ਯਾਨੀ ਤਕਨੀਕ ਦੇ ਨਾਲ ਸਾਨੂੰ ਵੀ ਸਮਾਰਟ ਚੌਕਸ ਹੋਣਾ ਹੋਵੇਗਾ, ਰਹਿਣਾ ਹੋਵੇਗਾ ਸਾਈਬਰ ਅਲਰਟ। ਸਿਕਿਉਰਿਟੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਅਸੀਂ ਜਾਣਦੇ ਹਾਂ ਸਾਈਬਰ ਵਰਲਡ 'ਚ ਸਾਡੀ ਸੁਰੱਖਿਆ ਸਾਡੇ ਪਾਸਵਰਡ ਤੇ ਬਹੁਤ ਨਿਰਭਰ ਕਰਦੀ ਤੇ ਇਸ ਲਈ ਸਟਰੋਂਗ ਪਾਸਵਰਡ ਬਹੁਤ ਜ਼ਰੂਰੀ ਹੈ। ਤੇ ਹੁਣ ਤਾਂ ਪਾਸਵਰਡ ਪਾਉਂਦੇ ਸਮੇਂ ਦੱਸਿਆ ਜਾਂਦਾ ਹੈ ਕਿ ਮਜ਼ਬੂਤ ਅਤੇ ਸੁਰੱਖਿਅਤ ਪਾਸਵਰਡ ਦੇ ਲਈ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਹੈ, ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਲੰਮੇ ਪਾਸਵਰਡ
ਘੱਟ ਤੋਂ ਘੱਟ 12 ਤੋਂ 16 ਅੱਖਰਾਂ ਵਾਲੇ ਪਾਸਵਰਡ ਹੋਣੇ ਚਾਹੀਦੇ ਨੇ, ਜਿਸ ਵਿੱਚ ਤੁਹਾਡੀ ਕੋਈ ਨਿੱਜੀ ਜਾਣਕਾਰੀ ਨਹੀਂ ਹੋਣੀ ਚਾਹੀਦੀ, ਜਿਵੇਂ ਤੁਹਾਡੀ ਡੇਟ ਆਫ ਬਰਥ ਜਾਂ ਫੋਨ ਨੰਬਰ ਜਾਂ ਤੁਹਾਡਾ ਐਡਰੈਸ ਜਾਂ ਫਿਰ ਤੁਹਾਡੇ ਪੈਟ ਦਾ ਨਾਮ ਆਦਿ। ਪਰ ਨਾਲ ਹੀ ਸਪੈਸ਼ਲ ਕਰੈਕਟਰ ਜ਼ਰੂਰ ਹੋਣੇ ਚਾਹੀਦੇ ਨੇ। ਤੁਸੀਂ ਲੈਟਰਸ ਯੂਜ਼ ਕਰ ਰਹੇ ਹੋ ਤਾਂ ਉਹਨਾਂ ਨਾਲ ਨੰਬਰ ਵੀ ਯੂਜ਼ ਕਰੋ ਤੇ ਕੋਈ ਵੀ ਨੰਬਰ ਜਾਂ ਲੈਟਰ ਦੁਹਰਾਓ ਨਾ। ਤੇ ਹਾਂ, ਅਲੱਗ-ਅਲੱਗ ਖਾਤਿਆਂ ਲਈ ਇੱਕ ਹੀ ਪਾਸਵਰਡ ਨਾ ਰੱਖੋ ਅਤੇ ਕੀਬੋਰਡ ਦਾ ਪੈਟਰਨ ਵੀ ਨਹੀਂ, ਜੋ ਅਸੀਂ ਆਮ ਤੌਰ ਤੇ ਰੱਖ ਲੈਂਦੇ ਹਾਂ। ਸੋਚ ਕੇ ਕਿਸੇ ਨੂੰ ਕੀ ਪਤਾ ਲੱਗੇਗਾ, ਪਰ ਇਹ ਅਪਰਾਧੀ ਬੜੇ ਚਲਾਕ ਨੇ। ਪਾਸਵਰਡ ਕਿਸੇ ਅਜਿਹੀ ਜਾਣਕਾਰੀ ਤੇ ਆਧਾਰਿਤ ਨਾ ਹੋਵੇ ਜਿਹੜੀ ਤੁਹਾਡੇ ਸੋਸ਼ਲ ਮੀਡੀਆ ਤੇ ਵੀ ਆਸਾਨੀ ਨਾਲ ਨਜ਼ਰ ਆ ਰਹੀ ਹੋਵੇ। ਵੈਸੇ ਇਸ ਨੂੰ ਤੁਸੀਂ ਇੱਕ ਚੈਲੰਜ ਮੰਨ ਲਓ ਕਿ ਅਜਿਹਾ ਪਾਸਵਰਡ ਰੱਖਣਾ ਹੈ ਕੋਈ ਵੀ ਗੈਸ ਨਾ ਕਰ ਸਕੇ। ਵੈਸੇ ਲਾਸਟ ਟਾਈਮ ਤੁਸੀਂ ਅਕਾਊਂਟਸ ਦਾ ਪਾਸਵਰਡ ਕਦੋਂ ਚੇਂਜ ਕੀਤਾ ਸੀ? ਨਹੀਂ ਯਾਦ ਨਾ? ਆਪਣਾ ਪਾਸਵਰਡ ਸਮੇਂ-ਸਮੇਂ ਤੇ ਬਦਲਦੇ ਰਹੋ, ਆਲਸ ਨਾ ਕਰੋ। ਜ਼ਰੂਰੀ ਹੈ ਇਹ। ਅਤੇ ਜਦੋਂ ਵੀ ਤੁਸੀਂ ਪਾਸਵਰਡ ਪਾਉਂਦੇ ਹੋ ਤਾਂ ਤੁਹਾਨੂੰ ਆਪਸ਼ਨ ਮਿਲਦਾ ਹੈ ਰਿਮੈਂਬਰ ਮਾਈ ਪਾਸਵਰਡ। ਇਸ ਨੂੰ ਸਿਲੈਕਟ ਨਾ ਕਰੋ, ਵਿਸ਼ੇਸ਼ ਤੌਰ ਤੇ ਬੈਂਕਿੰਗ ਵਰਗੀਆਂ ਇੰਪੋਰਟੈਂਟ ਸਾਈਟ ਤੇ। ਅਤੇ ਹਾਂ, ਕਿੱਥੇ ਸੇਵ ਕਰਨਾ ਹੈ ਉਹ ਆਪਣਾ ਪਾਸਵਰਡ ਨੋਟਪੈਡ ਤੇ ਨਾ। ਜ਼ਿਆਦਾਤਰ ਲੋਕ ਅਜਿਹਾ ਹੀ ਕਰਦੇ ਨੇ, ਇਸ ਲਈ ਤੁਸੀਂ ਅਜਿਹਾ ਬਿਲਕੁਲ ਨਹੀਂ ਕਰਨਾ। ਆਪਣੇ ਮੋਬਾਈਲ ਜਾਂ ਕੰਪਿਊਟਰ ਤੇ ਪਾਸਵਰਡ ਲਿਖ ਕੇ ਨਾ ਰੱਖੋ। ਅਤੇ ਹਾਂ, ਧਿਆਨ ਰੱਖੋ, ਤੁਹਾਡੇ ਅਕਾਊਂਟਸ ਵਿੱਚ ਸੇਧ ਲਾਉਣ ਲਈ ਸਾਈਬਰ ਅਪਰਾਧੀ ਵੀ ਫੋਰਗੇਟ ਯੂਜ਼ਰ ਪਾਸਵਰਡ ਦੇ ਆਪਸ਼ਨ ਦਾ ਯੂਜ਼ ਕਰਦੇ ਨੇ ਤੇ ਇਸ ਦੇ ਲਈ ਸੋਸ਼ਲ ਮੀਡੀਆ ਤੋਂ ਤੁਹਾਡੀ ਨਿੱਜੀ ਜਾਣਕਾਰੀ ਤੇ ਨਜ਼ਰ ਵੀ ਰੱਖਦੇ ਨੇ। ਇਸ ਲਈ ਤੁਹਾਡੀ ਜਿਹੜੀ ਵੀ ਨਿੱਜੀ ਜਾਣਕਾਰੀ ਆਨਲਾਈਨ ਉਪਲਬਧ ਹੈ, ਧਿਆਨ ਰਹੇ ਉਸ ਨਾਲ ਨਾ ਜੁੜਿਆ ਹੋਵੇ ਤੁਹਾਡਾ ਪਾਸਵਰਡ, ਜਿਵੇਂ ਕਿ ਤੁਹਾਡੀ ਹੌਬੀ, ਵਰਕਪਲੇਸ, ਕਾਲਜ, ਬੈਸਟ ਫਰੈਂਡ ਐਂਡ ਸੋ ਆਲ। ਅਤੇ ਸਾਈਬਰ ਕ੍ਰਿਮੀਨਲਸ ਕੀ ਲੌਗਰਸ ਵਰਗੇ ਟੂਲਸ ਦਾ ਵੀ ਇਸਤੇਮਾਲ ਕਰਕੇ ਤੁਹਾਡੇ ਕੰਪਿਊਟਰ ਨੂੰ ਹੈਕ ਕਰਕੇ ਪਾਸਵਰਡ ਚੋਰੀ ਕਰ ਸਕਦੇ ਹਨ। ਤੁਹਾਡੇ ਕਿਸੇ ਈਮੇਲ ਜਾਂ ਮੈਸੇਜ ਤੇ ਆਏ ਕਿਸੇ ਲਿੰਕ ਨੂੰ ਕਲਿੱਕ ਕਰਨ ਤੇ ਵੀ ਇਹ ਕੀ ਲੌਗਰ ਵਰਗਾ ਸੌਫਟਵੇਅਰ ਤੁਹਾਡੇ ਡਿਵਾਈਸ 'ਚ ਇੰਸਟਾਲ ਹੋ ਸਕਦਾ ਹੈ ਤੇ ਫਿਰ ਤੁਸੀਂ ਆਪਣੀ ਡਿਵਾਈਸ ਤੇ ਜੋ ਵੀ ਕਰਦੇ ਹੋ ਇਹ ਉਸ ਨੂੰ ਮੋਨੀਟਰ ਕਰ ਸਕਦੇ ਨੇ। ਇਹ ਹੀ ਨਹੀਂ, ਸਗੋਂ ਸਕਰੀਨਸ਼ਾਟ ਲੈ ਸਕਦੇ ਨੇ, ਵੈਬਕੈਮ ਨਾਲ ਤੁਹਾਨੂੰ ਦੇਖ ਸਕਦੇ ਨੇ, ਤੁਹਾਡੇ ਮਾਈਕ੍ਰੋਫੋਨ ਤੋਂ ਤੁਹਾਡੀ ਗੱਲ ਸੁਣ ਸਕਦੇ ਨੇ। ਕੀ ਵੈਬਸਾਈਟ ਤੁਸੀਂ ਦੇਖ ਰਹੇ ਹੋ, ਕੀ ਪਾਸਵਰਡ ਜਾਂ OTP ਤੁਸੀਂ ਪਾ ਰਹੇ ਹੋ, ਸਾਰੀ ਜਾਣਕਾਰੀ ਇਹ ਐਕਸੈਸ ਕਰ ਲੈਂਦੇ ਨੇ। लोगों के क्लिक से डेटा निकलता रहता है। आपको फेसबुक पर एक लिंक आता है, इज दिस यू इन दिस वीडियो, आपको कौन सा वीडियो क्लिक कर दिया, आपका डेटा निकल गया, जिसमें बैंक अकाउंट डिटेल्स भी हैं, पासवर्ड भी हैं। पर बिना पासवर्ड और OTP दोनों यूज़ किए पैसा नहीं निकल सकता। तो पासवर्ड उसके पास कैसे पहुंचता है? आप एक लिंक क्लिक कर चुके हैं जिससे आपका डेटा उस तक पहुंच चुका है। आपको एक कॉल आता है, मैं इंश्योरेंस कंपनी से बोल रहा हूँ, ये आपका इंश्योरेंस नंबर, हाँ जी है, ये आपकी लास्ट प्रीमियम थी, हाँ जी, डेट ऑफ बर्थ ये है, पैन कार्ड ये, तो आपको भरोसा हो जाएगा कि झूठ क्यों बोला है। तो हर डिटेल जो आपका चोरी हो रहा है बिकॉज ऑफ क्लिकिंग रैंडम लिंक्स, इट इज क्रिएटिंग अ रिस्क अगेंस्ट यू। ਇਸੇ ਲਈ ਤਾਂ ਮੈਂ ਤੁਹਾਨੂੰ ਵਾਰ-ਵਾਰ ਸਾਵਧਾਨ ਕਰਦੀ ਹਾਂ ਕਿ ਤੁਸੀਂ ਕਿਸੇ ਅਣਜਾਣ ਈਮੇਲ ਜਾਂ ਮੈਸੇਜ ਤੇ ਆਏ ਕਿਸੇ ਵੀ ਲਿੰਕ ਨੂੰ ਕਲਿੱਕ ਨਾ ਕਰੋ ਤੇ ਕਿਸੇ ਨੂੰ ਵੀ ਆਪਣਾ ਡਿਵਾਈਸ, ਫੋਨ ਜਾਂ ਲੈਪਟਾਪ ਵੀ ਯੂਜ਼ ਨਾ ਕਰਨ ਦਿਓ। ਜੇਕਰ ਹਾਂ ਤਾਂ ਨਜ਼ਰ ਰੱਖੋ, ਸੋਸ਼ਲ ਮੀਡੀਆ ਤੇ ਵੀ ਕਿਸੇ ਲਿੰਕ ਨੂੰ ਜਾਂ ਫਿਰ ਅਣਜਾਣ ਐਪ ਨੂੰ ਤੁਸੀਂ ਕਲਿੱਕ ਨਾ ਕਰੋ। ਅਤੇ ਸਾਡੀ ਗਲਤੀ ਦਾ ਕਿਵੇਂ ਫਾਇਦਾ ਚੁੱਕ ਰਹੇ ਨੇ ਇਹ ਸਾਈਬਰ ਅਪਰਾਧੀ, ਆਓ ਦੇਖਦੇ ਹਾਂ ਨਿਊਜ਼ ਲੈਂਸ ਵਿੱਚ। करनाल में फेसबुक पर कॉल कर महिला से साइबर अपराधियों ने 1.39 लाख रुपए की ठगी की। अपराधियों ने महिला से भाई बनकर की बात, बोला मैं पुलिस कस्टडी में हूँ, 2.5 लाख रुपए भेज दो। मुंबई के पवई इलाके में AI वॉइस क्लोनिंग के जरिए एक 68 वर्षीय कारोबारी से 80,000 रुपए की ठगी कर ली गई। साइबर अपराधी ने खुद को दुबई में भारतीय दूतावास का अधिकारी बताकर की ठगी। साइबर ठगों ने गाजियाबाद की 68 वर्षीय महिला को वीडियो कॉल कर मनी लॉन्ड्रिंग घोटाले में शामिल होने की बात कहकर 20 लाख रुपए ठग लिए। पीड़िता ने साइबर थाने में दर्ज कराया मुकदमा। मुंबई के कांदिवली में 54 वर्षीय महिला ने फेसबुक पर एक रील देख पति के बैंक खाते से 2 ड्रेस 1300 रुपए में खरीदे। पेमेंट करते ही खाते से निकल गए 1.38 लाख रुपए। एक महिला ने खुद को लंदन से बताते हुए
83 वर्ष के बुजुर्ग वकील से संपर्क किया और अपने पैसे वापस दिलाने के लिए आर्थिक मदद मांगकर की साइबर धोखाधड़ी। 6 लाख रुपए का लगाया चूना। ਅਤੇ ਜਾਂਦੇ ਜਾਂਦੇ ਇੱਕ ਇੰਪੋਰਟੈਂਟ ਮੈਸੇਜ ਉਹਨਾਂ ਲੋਕਾਂ ਲਈ ਜੋ ਬਿਹਤਰ ਰਿਟਰਨ ਦੇ ਲਾਲਚ ਵਿੱਚ ਕਿਤੇ ਵੀ ਇਨਵੈਸਟ ਕਰਨ ਨੂੰ ਤਿਆਰ ਹੋ ਜਾਂਦੇ ਨੇ। वाह, ऐप पर मिल रहा है जबरदस्त रिटर्न। इन्वेस्ट कर दूं बोल? ये तो मजा। पहले तुझे लुभाएंगे, कुछ प्रॉफिट भी दिलाएंगे। सिर्फ ऐप पर पैसे बढ़ेंगे पर हाथ खाली रहेंगे। व्हाट्सएप, टेलीग्राम या कोई ऐप, इनकी झूठी बातों से ना तू डोल, वरना ज्यादा रिटर्न के लालच में हो जाएगा डब्बा गोल। व्हाट्सएप, फेसबुक, टेलीग्राम आदि सोशल मीडिया प्लेटफॉर्म और विभिन्न ऐप्स पर निवेश संबंधी धोखाधड़ी के मामलों से बचें। ਤਾਂ ਸਮਝ ਗਏ ਨਾ, ਨਿਵੇਸ਼ ਕਰੋ ਪਰ ਆਨਲਾਈਨ ਲੋਕਾਂ ਤੇ ਐਪਸ ਤੇ ਕਈਆਂ ਜਾ ਰਹੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਤੁਸੀਂ ਫਸੋ ਨਾ। ਤੇ ਜੇਕਰ ਤੁਹਾਡੇ ਨਾਲ ਸਾਈਬਰ ਅਪਰਾਧ ਹੁੰਦਾ ਹੈ ਤਾਂ ਉਸੇ ਵੇਲੇ ਸ਼ਿਕਾਇਤ ਕਰੋ। 1930 ਤੇ ਕਾਲ ਕਰੋ ਤੇ ਸਾਈਬਰ ਕ੍ਰਾਈਮ ਪੋਰਟਲ ਤੇ ਵੀ ਸ਼ਿਕਾਇਤ ਜ਼ਰੂਰ ਦਰਜ ਕਰਵਾਓ। ਇਹ ਪ੍ਰੋਗਰਾਮ ਹੈ ਤੁਹਾਡੇ ਲਈ। ਤੁਸੀਂ ਆਪਣੇ ਤਜਰਬੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਾਡੇ ਨਾਲ ਜੁੜੋ। ਸਾਡਾ ਈਮੇਲ ਆਈਡੀ cyberalert.ddnews@gmail.com ਤੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਸਾਡੇ ਨਾਲ #cyberalert_with_ddnews ਦੇ ਨਾਲ ਸਾਨੂੰ ਫੋਲੋ ਕਰ ਸਕਦੇ ਹੋ। ਤੁਹਾਡੇ ਤਜਰਬੇ ਤੋਂ ਹੋਰ ਲੋਕ ਵੀ ਸਿੱਖ ਸਕਦੇ ਨੇ ਅਤੇ ਕਮੈਂਟਸ ਵਿੱਚ ਆਪਣੇ ਤਜਰਬੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਤੇ ਹੁਣ ਤੁਸੀਂ ਪ੍ਰਸਾਰ ਭਾਰਤੀ ਦੇ OTT ਪਲੇਟਫਾਰਮ ਵੇਵਸ ਤੇ ਸਾਈਬਰ ਅਲਰਟ ਦੇ ਸਾਰੇ ਐਪੀਸੋਡ ਦੇਖ ਸਕਦੇ ਹੋ। ਵੈਸੇ ਰੋਜ਼ਾਨਾ ਹਜ਼ਾਰਾਂ ਲੋਕਾਂ ਨਾਲ ਸਾਈਬਰ ਧੋਖਾਧੜੀ ਹੋ ਰਹੀ ਹੈ। ਅਗਲਾ ਨੰਬਰ ਤੁਹਾਡਾ ਹੋ ਸਕਦਾ ਹੈ। ਇਸੇ ਲਈ ਜੇਕਰ ਰਹਿਣਾ ਚਾਹੁੰਦੇ ਹੋ ਸੁਰੱਖਿਅਤ ਤੇ ਰਹਿਣਾ ਹੋਵੇਗਾ ਸਾਈਬਰ ਅਲਰਟ।